ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਕਾਇਆ ਹੰਸ ਧੁਰ ਮੇਲ, ਕਰਤੈ ਲਿਖ ਪਾਇਆ। ਸਭ ਮਹਿ ਗੁਪਤ ਵਰਤਦਾ, ਗੁਰਮੁਖ ਪ੍ਰਗਟਾਇਆ। ਗੁਣ ਗਾਵੇ ਗੁਣ ਉਚਰੈ, ਗੁਣ ਮਹਿ ਗੁਣ ਮਾਹੀ ਸਮਾਇਆ। ਸੱਚੀ ਬਾਣੀ ਸੱਚ ਹੈ, ਸੱਚ ਮੇਲ ਮਿਲਾਇਆ। ਸਭ ਕਿਛ ਆਪੇ ਆਪ ਹੈ, ਆਪੇ ਦੇ ਵਡਿਆਈ। ਸਭ ਕਿਛ ਆਪੇ ਆਪ ਹੈ, ਆਪੇ ਦੇ ਵਡਿਆਈ। ਜੇਤਾ ਜਿਉ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਹੇ ਤਿਹਾ ਹਾਂ ਕਰੀ ਵਖਿਆਨ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਹੇ ਤਿਹਾ ਹਾਂ ਕਰੀ ਵਖਿਆਨ। ਪਰਮ ਸਤਿਕਾਰਯੋਗ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਸਾਧ ਸੰਗਤ ਜੀ, ਸਾਹਿਬਾਂ ਦੀ ਪਾਵਨ ਪਵਿੱਤਰ ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਵੱਡੇ ਭਾਗਾਂ ਵਾਲੇ ਹਾਂ ਆਪਾਂ ਸਾਰੇ, ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਗੁਰੂ ਮਹਾਰਾਜ ਜੀ ਦੀ ਕਿਰਪਾ ਸਦਕਾ ਮਾਲਕ ਨੇ ਆਪਾਂ ਨੂੰ ਜੀਵਨ ਦਾ ਇੱਕ ਹੋਰ ਸਮੇਂ ਦਿੱਤਾ ਹੈ ਕਿ ਘਟ ਬੈਠੇ ਮਾਲਕ ਨਾਲ ਬਾਣੀ ਗੁਰੂ ਦੇ ਦੁਆਰਾ ਜੁੜ ਸਕੀਏ। ਜਦੋਂ ਕਿਸੇ ਦੀ ਵਾਰੀ ਆਉਂਦੀ ਹੈ, ਉਹ ਬਾਣੀ ਗੁਰੂ ਦੇ ਨਾਲ ਜੁੜਦਾ ਹੈ, ਮਾਲਕ ਜੋੜਦੇ ਹਨ ਅਤੇ ਘਟ ਬੈਠੇ ਮਾਲਕ ਦੀ ਉਸਤਤ ਕਰਨ ਯੋਗ ਹੁੰਦਾ ਹੈ ਤੇ ਫਿਰ ਆਪਣੇ ਆਪ ਨੂੰ ਮਿਟਾਉਂਦਾ ਤੇ ਘਟ ਬੈਠੇ ਰੱਬ ਦੇ ਗੁਣ ਗਾਉਂਦਾ ਹੈ, ਆਪਣੇ ਨਹੀਂ। ਭਗਤ ਕਰੇ ਮੂਰਖ ਆਪ ਜਨਾਵੇ, ਨੱਚ ਨੱਚ ਟੱਪੇ ਬਹੁਤ ਦੁੱਖ ਪਾਵੈ। ਭਗਤੀ ਆਪਾਂ ਨੇ ਘਟ ਬੈਠੇ ਰੱਬ ਦੀ ਕਰਨੀ ਹੋਵੇ, ਆਪਾਂ ਮਾਲਕ ਦੇ ਕਰਾਏ ਸੰਸਾਰ ਦੇ ਵਿੱਚ ਕਰਦੇ ਹੋਈਏ ਤੇ ਆਪਣੇ ਗੁਣ ਗਾਈਏ, ਤੇ ਮਹਾਰਾਜ ਕਹਿੰਦੇ ਭਗਤੀ ਨਹੀਂ ਹੈ, ਇਹ ਭਗਤੀ ਨਹੀਂ। ਸੋ ਜੀਵਨ ਵਿੱਚ ਜੁਗਾਂ ਜੁਗਾਂ ਤੋਂ ਭਗਤ ਸੰਸਾਰ ਵਿੱਚ ਘਟ ਬੈਠੇ ਰੱਬ ਦੀ ਬਾਣੀ ਰਾਹੀਂ ਘਟ ਬੈਠੇ ਰੱਬ ਨੂੰ ਪ੍ਰਾਪਤ ਕਰਦੇ ਰਹੇ। ਇਹ ਬਾਣੀ ਅੱਜ ਤੋਂ ਨਹੀਂ, ਜਦੋਂ ਤੋਂ ਸ੍ਰਿਸ਼ਟੀ ਬਣੀ ਹੈ ਉਦੋਂ ਤੋਂ ਇਹ ਵਾਪਰ ਰਹੀ ਹੈ। ਜਿਹਨੂੰ ਮਹਾਰਾਜ ਕਹਿੰਦੇ ਭਾਈ ਜੈ ਤਨ ਬਾਣੀ ਵਿਸਰ ਜਾਏ, ਜੋ ਪੱਕਾ ਰੋਗੀ ਵਿਲ ਲਾਏ। ਜਿਹਨੂੰ ਮਹਾਰਾਜ ਕਹਿੰਦੇ ਹਨ ਭਾਈ ਚਹੁ ਜੁਗ ਮੈਂ ਅੰਮ੍ਰਿਤ ਸਾਚੀ ਬਾਣੀ, ਮਹਾਰਾਜ ਕਹਿੰਦੇ ਹਨ ਬਾਣੀ ਵੱਜੀ ਚਹੁ ਜੁਗੀ ਸੱਚੋ ਸੱਚ ਸੁਣਾਏ। ਚਾਰੋਂ ਜੁਗਾਂ ਤੋਂ, ਕਿਉਂਕਿ ਰੱਬ ਸਭ ਦੇ ਵਿੱਚ ਵਸਦੇ ਨੇ ਤੇ ਸਭ ਦੇ ਵਿੱਚੋਂ ਬੋਲਦੇ ਹਨ। ਸਭ ਹੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਸੋ ਸੱਚੇ ਪਾਤਸ਼ਾਹ ਜੀ ਦੀ ਇਸ ਕਿਰਿਆ ਨੂੰ ਹਿਰਦੇ 'ਚ ਵਸਾਉਣਾ, ਆਪਾਂ ਉਸ ਧੁਰ ਕੀ ਬਾਣੀ ਨਾਲ ਜੁੜੇ ਹਾਂ ਜੋ ਕਿ ਗੁਰਮੁਖਾਂ ਨੇ ਭਾਲ ਕੇ ਲੱਦੀ ਹੈ, ਪ੍ਰਾਪਤ ਕੀਤੀ ਹੈ। ਮਹਾਰਾਜ ਕਹਿੰਦੇ ਵਾਹੋ ਵਾਹੋ ਬਾਣੀ ਸੱਚ ਹੈ, ਗੁਰਮੁਖ ਲੱਦੀ ਭਾਲ। ਮਾਲਕ ਨੇ ਇਸ ਬਾਣੀ ਨੂੰ ਪ੍ਰਕਾਸ਼ ਕਰਨ ਵਾਸਤੇ ਦਸੇ ਪਾਤਸ਼ਾਹੀਆਂ ਦੀ ਡਿਊਟੀ ਲਾਈ ਤੇ ਫਿਰ ਮਾਲਕ ਵਰਗੇ ਹੋ ਕੇ ਉਹ ਆਪ ਵਿਚਰੇ,
ਸਾਨੂੰ ਉਸ ਮਾਲਕ ਨਾਲ ਜੋੜਨ ਵਾਸਤੇ ਕੇਵਲ ਆਪਣੇ ਅੰਦਰੋਂ ਆਈ ਹੋਈ ਬਾਣੀ ਦਾ ਪ੍ਰਕਾਸ਼ ਨਹੀਂ ਕੀਤਾ। ਜਿਨ੍ਹਾਂ ਜਿਨ੍ਹਾਂ ਭਗਤਾਂ ਦੇ ਵਿੱਚੋਂ ਬਾਣੀ ਆਈ ਘਟ ਬੈਠੇ ਰੱਬ ਦੀ, ਜੋ ਕਿ ਨਾਨਕ ਸੱਚੇ ਪਾਤਸ਼ਾਹ ਜੀ ਦੇ ਸਮਕਾਲੀ ਵੀ ਸਨ, ਉਦੋਂ ਪਹਿਲਾਂ ਦੇ ਵੀ ਸਨ, ਜਿਵੇਂ ਬਾਬਾ ਫਰੀਦ ਜੀ, ਬਾਬਾ ਨਾਮਦੇਵ ਜੀ 210 ਸਾਲ ਪਹਿਲਾਂ ਹੋਏ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਤੋਂ। ਉਹਨਾਂ ਦੇ ਸਮਕਾਲੀ ਅਤੇ ਉਹਨਾਂ ਤੋਂ ਬਾਅਦ ਵੀ ਜਿਹੜੇ ਹੋਏ, ਉਹਨਾਂ ਦੀ ਸਭ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਕੀਤੀ ਗਈ। ਇਸ ਘਰ ਨੇ ਕੇਵਲ ਬਾਣੀ ਗੁਰੂ ਦਾ ਪ੍ਰਕਾਸ਼ ਕੀਤਾ। ਹਾਲਾਂਕਿ ਗੁਰਤਾ ਗੱਦੀ 1708 ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਸੱਚਖੰਡ ਸ੍ਰੀ ਹਜ਼ੂਰ ਸਾਹਿਬ 1708 ਵਿਖੇ ਕਲਗੀਧਰ ਪਾਤਸ਼ਾਹ ਨੇ ਬਖਸ਼ਿਸ਼ ਕੀਤੀ। ਉਸ ਤੋਂ ਪਹਿਲਾਂ ਵੀ ਚੌਥੇ ਪਾਤਸ਼ਾਹ ਦਾ ਸ਼ਬਦ ਹੈ, ਜਿਸ ਵੇਲੇ ਹਾਲੇ ਆਦਿ ਬੀੜ ਦਾ ਸੰਕਲਨ ਨਹੀਂ ਹੋਇਆ, ਆਦਿ ਬੀੜ ਨੂੰ ਸੰਕਲਿਤ ਕਰਦਿਆਂ 1601 ਤੋਂ ਲੈ ਕੇ 1604 3 ਸਾਲ ਲੱਗੇ। ਜੋ ਭਾਈ ਗੁਰਦਾਸ ਜੀ ਤੋਂ ਦਿਖਾਉਣੀ ਕੀਤੀ ਪੰਚਮ ਪਾਤਸ਼ਾਹ ਜੀ ਨੇ ਸ੍ਰੀ ਦਰਬਾਰ ਸਾਹਿਬ ਵਿਖੇ, ਰਾਮਸਰ ਵਿਖੇ, ਉਸ ਬਾਣੀ ਦੇ ਵਿੱਚ ਚੌਥੇ ਪਾਤਸ਼ਾਹ ਦਾ ਸ਼ਬਦ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪਰ ਤਖ ਗੁਰੂ ਨਿਸਤਾਰੇ। ਸੋ ਐਸੇ ਗੁਰੂ ਦੇ ਲੜ ਸਾਨੂੰ ਮਹਾਰਾਜ ਨੇ ਆਪਣੇ ਜੀਵਨ ਕਾਲ ਵਿੱਚ ਜੋੜਿਆ, ਤੇ ਜਦੋਂ ਤੱਕ ਦੁਨੀਆ ਰਹੇਗੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੁਗੋ ਜੁਗ ਅਟਲ, ਧੁਰ ਕੀ ਬਾਣੀ ਹਮੇਸ਼ਾ ਪ੍ਰਕਾਸ਼ਮਾਨ ਰਹਿਣੀ, ਹਮੇਸ਼ਾ ਰਹਿਣੀ। ਬੰਦਿਆਂ ਨੇ ਆਉਂਦੇ ਜਾਂਦੇ ਰਹਿਣਾ, ਤੇ ਆਪਣੀ ਬਾਣੀ ਦੇ ਸ਼ਬਦ ਨੂੰ ਗੁਰਬਾਣੀ ਰਾਹੀਂ ਘੜਨਾ। ਘੜੀਏ ਸ਼ਬਦ ਸੱਚੀ ਟਕਸਾਲ, ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਕਰਮ ਕਰਦਿਆਂ ਹੋਇਆਂ ਇਸ ਸੱਚ ਨੂੰ ਜੀਵਨ ਦੇ ਵਿੱਚ ਉਜਾਗਰ ਕਰਨਾ। ਸਾਚੀ ਬਾਣੀ ਕਰਮ ਕਰੇ, ਅੰਦਰ ਨਾਮ ਧਿਆਏ। ਇੱਥੇ ਨਾਮ ਧਿਆਉਣ ਦਾ ਤਰੀਕਾ ਵੀ ਵੱਖਰਾ ਹੈ। ਕਰਮ ਕਰਦਿਆਂ ਹੋਇਆਂ ਰੱਬ ਨੂੰ ਚਿੱਤ ਚੇਤੇ ਵਿੱਚ ਰੱਖਣਾ। ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਕੋਈ ਐਸਾ ਦੁਨੀਆ ਦੇ ਵਿੱਚ ਵਿਅਕਤੀ ਨਹੀਂ ਹੈ ਜਿਹਨੂੰ ਕਰਮ ਕਰੇ ਤੋਂ ਬਿਨਾਂ ਰੋਟੀ ਮਿਲ ਜਾਣੀ ਹੈ। ਸਭ ਨੂੰ ਕਰਮ ਕਰਨਾ ਪੈਣਾ ਹੈ। ਜੇਤੀ ਸਿਰ ਠੁਪਾਈ ਵੇਖਾਂ ਬਿਨ ਕਰਮਾਂ ਕੈ ਮਿਲੈ ਲਈ। ਕਿਸੇ ਨੂੰ ਬਿਨਾਂ ਕਰਮਾਂ ਤੋਂ ਕੋਈ ਚੀਜ਼ ਨਹੀਂ ਮਿਲਣੀ। ਸਭ ਨੂੰ ਕਰਮ ਕਰਨਾ ਹੈ, ਕਰਨਾ ਪਵੇਗਾ। ਇੱਥੇ ਧਰਤੀ ਦੇ ਉੱਤੇ ਧਰਮਸ਼ਾਲਾ ਜਿਹੜੀ ਧਰਤੀ ਬਣਾਈ ਹੈ ਮਾਲਕ ਨੇ, ਇੱਥੇ ਕਰਮੀ ਕਰਮੀ ਹੋਏ ਵਿਚਾਰ। ਸੱਚਾ ਆਪ ਸੱਚਾ ਦਰਬਾਰ, ਤਿੱਥੈ ਸੋਹਣ ਪੰਚ ਪ੍ਰਵਾਨ, ਨਦਰੀ ਕਰਮ ਪਵੈ ਨਿਸ਼ਾਨ। ਜੀਵਨ ਵਿੱਚ ਕਰਮ ਕਰਦਿਆਂ ਹੋਇਆਂ ਰੱਬ ਦੀ ਨਦਰ ਵਿੱਚ ਰਹਿਣਾ। ਸੋ ਜਪਜੀ ਸਾਹਿਬ ਨਦਰ ਤੇ ਕਰਮ ਦੀ ਫਿਲਾਸਫੀ ਹੈ, ਫਲਸਫਾ ਹੈ, ਜਿਹਦੇ ਉੱਤੇ ਸਾਰੀ ਗੁਰਬਾਣੀ ਟਿਕੀ ਹੋਈ ਹੈ ਕਿ ਕਰਮ ਕਰਦਿਆਂ ਹੋਇਆਂ ਘਟ ਬੈਠੇ ਰੱਬ ਦੀ ਨਦਰ ਵਿੱਚ ਰਹਿ ਕੇ ਕਰਨਾ। ਇਹ ਜਾਣਨਾ ਕਿ ਰੱਬ ਜਾਣਦੇ ਨੇ, ਉਹ ਦੇਖਦੇ ਨੇ, ਸਦ ਸੁਣਦਾ ਸਦ ਵੇਖਦਾ, ਸ਼ਬਦ ਰਿਹਾ ਭਰਪੂਰ। ਜਦੋਂ ਤੱਕ ਕੋਈ ਵੀ ਵਿਅਕਤੀ ਸੰਸਾਰ ਦੇ ਉੱਤੇ ਸਵਾਸ ਲੈ ਰਿਹਾ ਤੇ ਸ਼ਬਦਾਂ ਦਾ ਪ੍ਰਯੋਗ ਕਰ ਰਿਹਾ, ਬੋਲ ਰਿਹਾ, ਕਹਿੰਦੇ ਉਸ ਸ਼ਬਦਾਂ ਦੇ ਵਿੱਚ ਕਹਿੰਦੇ ਜੀਵਨ ਦੀ ਸਾਰ ਪ੍ਰਗਟ ਹੋਣੀ ਚਾਹੀਦੀ ਹੈ। ਸ਼ਬਦ ਨਾਲ ਜੀਵਨ ਬਦਲਣਾ ਚਾਹੀਦਾ ਹੈ, ਤੇ ਸ਼ਬਦ ਹੀ ਕਰਨੀ ਦੀ ਸਾਰ ਹੋਣੀ ਚਾਹੀਦੀ। ਧਿਆਨ ਰੱਖ। ਸੋ ਐਸੇ ਸ਼ਬਦ ਨੂੰ ਘੜਨ ਵਾਸਤੇ ਕਰਮ ਕਰਦਿਆਂ ਹੋਇਆਂ ਘਟ ਬੈਠੇ ਰੱਬ ਦਾ ਜ਼ਿਕਰ ਕਰਨਾ, ਆਪਣੇ ਆਪ ਨੂੰ ਨਹੀਂ ਜਣਾਉਣਾ, ਇਹ ਰੱਬ ਦਾ ਨਾਮ ਜਪਣ ਦਾ ਇੱਕ ਵਿਲੱਖਣ ਤਰੀਕਾ ਸੀ ਜੋ ਗੁਰੂ ਨਾਨਕ ਦੇ ਘਰ ਨੇ, ਦਸੇ ਪਾਤਸ਼ਾਹੀਆਂ ਨੇ ਇਸ ਸੰਸਾਰ ਦੇ ਵਿੱਚ ਪ੍ਰਗਟ ਕੀਤਾ ਹੈ, ਪ੍ਰਕਾਸ਼ ਕੀਤਾ ਹੈ ਕਿ ਜਾਤੀ ਕੋਈ ਹੋਵੇ, ਕਿਸੇ ਦੇਸ਼ ਕਾਲ ਵਿੱਚ ਦੀ ਅਸੀਂ ਵਿਚਰਦੇ ਹੋਈਏ, ਇਟ ਡਜ਼ਨਟ ਮੈਟਰ। ਧਿਆਨ ਰੱਖ। ਸੋ ਸੱਚੇ ਪਾਤਸ਼ਾਹ ਕਹਿੰਦੇ ਹਨ, ਭਾਈ ਹਰੇਕ ਬੰਦੇ ਵਿੱਚ ਰੱਬ ਵਸਦੇ ਨੇ, ਹਰੇਕ ਬੰਦੇ ਨੇ ਕਰਮ ਕਰਨਾ ਹੈ। ਕਰਮ ਕਰਦਿਆਂ ਹੋਇਆਂ ਨੇ ਕਰਮ ਹੋਣਾ ਹੈ। ਕਰਮ ਕਰਦਿਆਂ ਹੋਇਆਂ ਜੇ ਕਰਮ ਦੇ ਵਿੱਚ ਮੈਂ ਤੱਤ ਆ ਜਾਏ ਤੇ ਉਹ ਬੋਲ ਕੇ ਲੋਕਾਂ ਨੂੰ ਦਿਖਾ ਦੇ, ਤੇ ਸਮਝੋ ਬੰਦਾ ਆਪਣੇ ਬੰਧਨ ਨੂੰ ਆਪ ਮੈਂ ਕਰਕੇ ਬੰਨ ਰਿਹਾ। ਉਹਦਾ ਆਵਾਗਮਨ ਬਣਿਆ ਰਹਿਣਾ। ਉਦੋਂ ਤੱਕ ਬਣਿਆ ਰਹਿਣਾ ਜਦੋਂ ਤੱਕ ਮੈਂ ਨਾ ਮਿਟੇ।
तू दी अवस्था अंदर उजागर हमेशा हो जाए। कबीर तू करता तू हुआ, मुझ में रहा न हो, जब आपा पर का मिट गया, जत देखा तत तू। सो आओ पंचम पातशाह का शब्द है, जिस बाणी गुरु नाल आपां जुड़े होए, अपनी बाणी नूं घड़ना, बाणी राही घट बैठे रब दी जीवन दी विचार करनी। ऐसा जीवन जाग्या जानना, बाकी सुते जानना। जाग सलोनड़िए बोलै गुरबाणी राम, यानी जो गुरु सानू गुर दे रहे ने बाणी राही उस तरह बोलना। सो ये गुरुआं दी बाणी नहीं है, ये धुर की बाणी है, ये अमृत बाणी है, ये प्रभ की बाणी है, ये हर की बाणी है, ये गुरुआं दी बाणी नहीं है, ये बाणी गुरु है। याद रखना, ऐसा हमेशा याद रखना कि इत्थे जदों गुरु शब्द वरतांगे, बाणी दे शब्द करके घट बैठे रब दा होण करके असीं उसनूं गुरु मन्नांगे। जीवन च वो जो नानक पातशाह दे गुरु हमेशा रहे ते दुनिया विच रहिंदे ने, पवन आरंभ सतगुर मत वेला, शब्द गुरु सुरत तुन चेला। ਉਹ जीवन ਵਿੱਚ रहना है ਜਦੋਂ तक सृष्टि रहनी है। ध्यान रखना। सो शब्द नाल ही जीवन की उत्पत्ति परलो आउंदी है। शब्द राही अपने घर वसने ते उजड़ जाने ने, जे ना बोलना ये चंगे शब्द उत्पत परलो शब्दे होवे, शब्दे ही फिर उपत होवे। सो शब्द नूं घड़न वास्ते सिख रोज़ गुरबाणी नूं पढ़दा है। आयो सुनन पढ़न को बाणी। असीं इस बाणी नूं सुनन वास्ते, इनूं पढ़न वास्ते जीवन विच आउणे आ। असीं पढ़दे हां पर सुणदे नहीं हां। जदों तक सुणांगे नहीं उदों तक समझ नहीं आउणी ते मन्निया नहीं जाना। महाराज कहंदे जिन्नी सुन के मन्निया तिन्ना निज कर वास। वो अपने निज घर विच टिकदे ने, बाकी बंदे आउंदे जांदे ने, आउंदे जांदे ने। सो आओ पंचम पातशाह दा शब्द है। अज जीवन नूं महाराज सेध दे रहे ने। ये लगातार 2 दिनों का शब्द चल रहा है। आपां विचारन की कोशिश कर रहे हैं कि बाणी का एक भी शब्द किते समझ आ जाए। इस भाव नाल समझना कि सच्चे पातशाह के समय गुरु नानक पातशाह तो लैके कलगी गुरु अर्जन देव जी पातशाह तक, जिस वेले आद बीड़ का संकलन नहीं होया सी, पोथियां विच बाणी लिखी जाती सी, उस वेले श्री गुरु ग्रंथ साहिब जी की सारी बाणी का पाठ नहीं होंदा सी। ते जिथे भी महाराज जाते एक शब्द पढ़ते, एक शब्द, वो ऐसा एक शब्द एकत्रित करके आद बीड़ बनी सी। फिर श्री गुरु ग्रंथ साहिब जी को गुरता गद्दी दी गई सी। ध्यान रखना, ऐसा एक शब्द, जे एक भी शब्द उस वेले कोई सिख सुनता सी, उसकी विचार करता सी, उन्होंने जीवन च कमाउंदा सी, ते उहदा जीवन का उद्धार हो जाता सी। ध्यान, वो मुक्त होंदे सन। नानक सच्चे पातशाह जी के समय जिस पिंड दे विच महाराज जांदे, एक शब्द आउंदा ते महाराज लिख दे। मरदाने नूं कहंदे, मरदानिया रबाब चक बाणी आई है, धुरों आई है, धुर की बाणी आई, तिन सगली चिंत मिटाई। ऐसा एक शब्द नूं कमाउण वाले सिख दा भी उद्धार हुंदा रहा। याद रखियो, क्योंकि महाराज दे विच हर इलाके दे जिस वेले महात्मा मिलदे, घट बैठे रब की बंदगी करते हुए दिसे, उन्हां दा शब्द महाराज ने पिक कीता है, एकत्रित किया है, ताकि दुनिया नूं समझ लगे रब हरेक विचों बोलते ने, हरेक भाषा विच बोलते ने। ऐसी गल महाराज ने गुरमुखी लिपि बनाई, घड़ी आप अंगद पातशाह जी की घड़ी हुई नहीं है। ये नानक सच्चे पातशाह जी ने इस गुरमुखी लिपि का प्रकाश किया है। 432 अंग ते आसा राग विच पट्टी लिखी है, जिहदे विच 35 अखर दर्ज हैं, ना 34 ने ते ना 36 ने। ऐसी बाणी जो गुरमुखी लिपि विच महाराज ने एकत्रित की, उस बाणी का प्रकाश करके संसार विच गुरता गति दिती है। सो ऐसे बाणी गुरु नूं गुरु मनना, किसी देहधारी की फोटो, चाहे 10 पातशाहियां की फोटो क्यों ना होवे, चाहे शहीदां की फोटो क्यों ना होवे, उन्हां दी पूजा नहीं करनी। महाराज कहते बुत पूज पूज हिंदू मुए, तुर्क मुए सिर न्याई, ओले जारे ओले गाड़े, तेरी गत दोहू ना पाए। सच्चे पातशाह कहते उस रब की बंदगी करो
जो थापिया ना जाए, कीता ना होए, आपे आप निरंजन सोए। जो अंजन विच रहिंदा होया, अंजन कहंदे ने शरीर नूं, माया नूं, कहंदे जिहड़ा अंजन निराकार आप घड़दा है, आप बनाउंदा है, आप चलाउंदा है। जो अंजन निराकार दा अपना स्वरूप है, निर्गुण आप, सरगुण भी उही, कला धार जिन सगली मोही। सारियां दे विच ऐसी कला मालक ने धारी हुई है। निराकार इस आकार विचों सब दे विचों काम करदा है। जो भी आकार विच आया है मनुख नूं जिहड़ा शरीर मिलिया है, ये केवल इस वास्ते मिलिया है कि उस निराकार की बंदगी करनी, निराकार नूं बुझना, उस दे दर्शन पाने। जदों तक शब्द की विचार ना होवे उदों तक दर्शन नहीं होंदे। महाराज कहंदे इन्नी अखी नज़र ना आवई जिचर शब्द ना करे विचार। सो शब्द की विचार करनी बहुत जरूरी है। शब्द की विचार दे नाल दर्शन पाइंदा है। जिवें हुण तुसीं बैठे सुन रहे हो, तुसीं शब्द की जे विचार तुहानूं समझ आ रही है तो तुसीं उस दे ख्याल नूं फॉर्मुलेट कर रहे हो। तुहाडा साडा जिहड़ा दिमाग है वो अकल विच भरपूर है। ध्यान रखना, जात में जोत, जोत में जाता, अकल कला भरपूर है। ये सब दे विच अकल काम करदी है। ध्यान रखना, चाहे छोटा बच्चा होवे चाहे वड्डा होवे, जदों बाणी की कोई भी विचार करेगा उहदी अकल उसनूं ठिकाने रखेगी। शबाजे बाणी की शब्द की विचार उन्होंने समझ आवे, समझद्या फिर अकल बंदे नूं राह पा के रखती है। ध्यान रखना, नहीं तो महाराज कहते बिने अकले तो कोई भी काम करांगे जीवन विच आप भी हसदे लोकां दे यानी जीवन विच रहांगे, यानी उन्हां दे मजाक बन जाएंगे तो जीवन मजाक बन के रह जाए। सो महाराज कहते अकली साहिब सेविए, अकली पाइए मान, अकली पढ़ के बुझिए। जिहड़ी बाणी पढ़ते हैं इनू बुझना। महाराज कहते पढ़िए ना ही भेद बुझिए भावना। पढ़न नाल कुछ नहीं होंदा है जदों तक बुझांगे नहीं। बुझन का अर्थ है रियलाइज़ नहीं करांगे। सो बाणी की विचार महाराज कहते पहला 3 स्टेजां ते निर्भर करती है। बाणी नू अंडरस्टैंड करना, बाणी नू रियलाइज़ करना, फिर बाणी राही विजुलाइज़ करना। ये 3 अवस्था जीवन विच हमेशा टिका के रखनी सिख ने कि बाणी की विचार उन्होंने अंडरस्टैंडिंग कहने, फिर बुझन नू रियलाइज़ कहने, दर्शन नू असी विजुलाइज़ कहने। ध्यान रखना, जदों तक बाणी की विचार नहीं होएगी, अंडरस्टैंड नहीं करेगा मन, ये रियलाइज़ नहीं कर पाएगा। ध्यान रखना, फिर ये विजुलाइज़ नहीं कर पाएगा जदों तक जीवन विच रब नूं विजुलाइज़ ना कीता होवे। कहंदे अदृष्ट अगोचर पकड़िया गुर शब्दी, जिहड़ा नहीं दींदा उस शब्द नाल मन की अकल की अवस्था पकड़ती है। आखो सतनाम। सो बाणी की विचार इज़ दैट इंपॉर्टेंस। सो कदे बाणी की विचार करे बिना बाणी नहीं पढ़नी, पर बाणी पढ़े बिना रहना नहीं। ध्यान, वह अर्थ है विचार करके बाणी पढ़ते रहना। सो बाणी विरलो विचार सी जे को गुरमुख होए। ये बाणी महापुरख की निज करवासा। ये महापुरखों की बाणी नहीं है, ये महापुरख की बाणी। वो महापुरख जिहड़ा है तू घट घट अंतर सर्व निरंतर जी हर एको पुरख समाना। वो जिहड़ा पुरख है ना, जो महापुरख है, वो सब दे विच घटां विच समाया होया। जितने महापुरुष होए ने वो जीवन विच महापुरख की बाणी नाल जुड़दे ते अपने आप नूं जीव रूपी इस्त्री कहंदे ते उस पुरख नूं पुरख जान के कहंदे ओहदी बंदगी करदे। इस जग में पुरख एक है, होर सगली नार सवाई। बाकी सब आपां जीव रूपी इस्त्रियां हाँ। उस मालक नूं पुरख जानना, खसम जानना। महाराज कहंदे ऐसे खसम की बाणी नानक पातशाह विचों जिस वेले आई तो नानक पातशाह अपने आप नूं जीव रूपी इस्त्री कहंदियां होया सुहागन कहंदे ने अपने आप। ध्यान रख। सो महाराज कहंदे खसम विसारै ते कमजात, नानक नावै बाज सुना। ये बाणी रब दी है। जैसी मैं आवे खसम की बाणी, तैसड़ा करी ज्ञान वे लाल। सो आओ इस खसम की बाणी दे नाल जुड़िए। सच्चे पातशाह का शब्द आरंभ है, कहंदे कीता लोड़ै सो प्रभ होए, तुझ बिन दूजा नाही कोय। जो जन सेवै तिस पूर्ण काज, दास अपने की राखो लाज। पंचम पातशाह बाणी के बहुत शहीदां दे सरताज
ਉਚਾਰਨ ਕਰ ਰਹੇ ਨੇ ਘਟ ਬੈਠੇ ਰੱਬ ਦੀ ਬਾਣੀ ਨੂੰ, ਤੇ ਆਪਣੇ ਆਪ ਨੂੰ ਨਾ ਜਨਾਉਂਦੇ ਹੋਏ ਰੱਬ ਨੂੰ ਜਨਾ ਰਹੇ ਨੇ। ਮਹਾਰਾਜ ਕਹਿੰਦੇ ਹਨ ਜੋ ਵੀ ਕੀਤਾ ਆਪਾਂ ਲੋੜਦੇ ਹਾਂ, ਚਾਹੁੰਦੇ ਹਾਂ ਕਿ ਅਸੀਂ ਆਹ ਕੰਮ ਕਰੀਏ, ਧਿਆਨ ਰੱਖਣਾ। ਮਹਾਰਾਜ ਕਹਿੰਦੇ ਭਾਈ ਉਹ ਰੱਬ ਜਦੋਂ ਕਰਾਉਂਦਾ, ਪਹਿਲਾਂ ਤਾਂ ਰੱਬ ਖਿਆਲ ਦਿੰਦੇ ਨੇ, ਫਿਰ ਉਹ ਆਪ ਕਰਾਉਂਦੇ ਨੇ, ਧਿਆਨ ਰੱਖਣਾ। ਉਹ ਰੱਬ ਦਾ ਕੀਤਾ ਹੋਇਆ ਜਾਣਨਾ, ਆਪਣਾ ਕੀਤਾ ਨਹੀਂ ਜਾਣਨਾ। ਇਹ ਨਹੀਂ ਕਹਿਣਾ ਮੈਨੂੰ ਖਿਆਲ ਆ ਗਿਆ ਅਤੇ ਮੈਂ ਕਰਤਾ, ਐਸਾ ਨਹੀਂ ਬੋਲਣਾ। ਇਹ ਹਮੇਸ਼ਾ ਯਾਦ ਰੱਖਣਾ, ਰੱਬ ਖਿਆਲ ਦਿੰਦੇ ਨੇ ਤਾਂ ਆਉਂਦਾ, ਜਿਵੇਂ ਰੱਬ ਸਵਾਸ ਦਿੰਦੇ ਨੇ ਤਾਂ ਆਉਂਦੇ ਨਾ। ਜੇ ਰੱਬ ਨਾ ਸਵਾਸ ਦੇਵੇ ਫਿਰ ਕੀ ਹੁੰਦਾ ਤੁਸੀਂ ਦੇਖੋ, ਹੈ ਨਾ। ਚਾਹੇ ਜਿੰਨਾ ਮਰਜ਼ੀ ਪੜ੍ਹੇ ਲਿਖੇ ਹੋਈਏ, ਜਿੰਨੇ ਮਰਜ਼ੀ ਆਪਾਂ ਸੰਸਾਰ ਦੇ ਵਿੱਚ ਪੈਸਾ ਕਮਾਇਆ ਹੋਵੇ, ਜਿੰਨਾ ਮਰਜ਼ੀ ਆਪਾਂ ਜਾਇਦਾਦ ਦੇ ਮਾਲਕ ਹੋਈਏ, ਜੇ ਇੱਕ ਸਵਾਸ ਜਿਹੜਾ ਰੱਬ ਦਿੰਦਾ ਉਹ ਖਤਮ ਹੋ ਜਾਏ, ਇੱਥੇ ਧਰਿਆ ਦਾ ਧਰਿਆ ਰਹਿ ਜਾਂਦਾ ਹੈ, ਧੰਨ। ਸੋ ਅਸੀਂ ਪਾਪ ਕਮਾ ਕੇ ਪੈਸਾ ਕਮਾਉਂਦੇ ਹਾਂ, ਮਰਨ ਤੋਂ ਬਾਅਦ ਨਾਲ ਨਹੀਂ ਜਾਂਦਾ। ਪਾਪਾ ਬਾਝੋ ਹੋਵੇ ਨਾਹੀਂ, ਮੋਇਆ ਸਾਥ ਨਾ ਜਾਏ। ਮਰਨ ਤੋਂ ਬਾਅਦ ਮਾਇਆ ਨਾਲ ਨਹੀਂ ਜਾਂਦੀ, ਪਰ ਸਾਰੀ ਉਮਰ ਮਾਇਆ ਪਿੱਛੇ ਆਪਣਾ ਘਰ-ਬਾਰ ਛੱਡਦੇ ਹਾਂ, ਜੀਵਨ ਲਗਾ ਦਿੰਦੇ ਹਾਂ, ਪਰ ਘਟ ਬੈਠੇ ਰੱਬ ਦੇ ਗੁਣ ਫੇਰ ਵੀ ਨਹੀਂ ਗਾਉਂਦੇ, ਨਹੀਂ ਗਾਉਂਦੇ। ਬੰਦਾ ਫਿਰ ਮਾਇਆ ਵਿੱਚ ਫਸ ਜਾਂਦਾ, ਫਿਰ ਜੀਵਨ ਵਿੱਚ ਆਪਣੇ ਆਪ ਨੂੰ ਜਨਾ ਕੇ ਮੈਂ ਕਰਦਾ ਮਰ ਜਾਂਦਾ ਹੈ, ਧਿਆਨ। ਉਹਦਾ ਆਵਾਗਮਨ ਬਣਿਆ ਰਹਿੰਦਾ ਹੈ। ਸੋ ਇਸ ਗੱਲ ਨੂੰ ਸਮਝਣਾ ਜੀ। ਕਹਿੰਦੇ ਕੀਤਾ ਲੋੜੈ ਸੋ ਪ੍ਰਭ ਹੋਏ। ਜੋ ਵੀ ਆਪਾਂ ਕੀਤਾ ਲੋੜਦੇ ਹਾਂ ਕਿ ਮੈਨੂੰ ਆਹ ਚਾਹੀਦਾ, ਖਿਆਲ ਆਉਂਦਾ ਮਨ 'ਚ, ਹੈ ਨਾ, ਅਤੇ ਜਾਣਨਾ ਉਹ ਘਟ ਬੈਠੇ ਰੱਬ, ਜਿਹਨੂੰ ਪ੍ਰਭ ਕਹਿੰਦੇ ਆ, ਪਰਮੇਸ਼ਰ ਜੋ ਭੌਤਿਕ ਤੱਤ ਵਿੱਚ ਵਸਦੇ ਨੇ, ਉਹਨਾਂ ਦਾ ਕੀਤਾ ਹੀ ਹੁੰਦਾ, ਨਹੀਂ ਤਾਂ ਬੰਦਾ ਨਹੀਂ ਕਰ ਸਕਦਾ, ਧਿਆਨ। ਸੋ ਤਾਈਓ ਮਹਾਰਾਜ ਕਹਿੰਦੇ ਨੇ ਭਾਈ ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਐ। ਕੋਈ ਵੀ ਕੰਮ ਤੁਸੀਂ ਕੀਤਾ ਲੋੜੋ ਕਿ ਮੇਰੇ ਮਨ ਵਿੱਚ ਆਹ ਖਿਆਲ ਆਇਆ ਜੀ ਮੈਂ ਆਏਂ ਕਰਨਾ। ਸੋ ਇਸ ਗੱਲ ਨੂੰ ਯਾਦ ਰੱਖਿਓ, ਇੱਕ ਪ੍ਰਭ ਸ਼ਬਦ ਹੈ, ਇੱਕ ਹਰ ਸ਼ਬਦ ਹੈ। ਪਹਿਲਾਂ ਆਪਾਂ ਪ੍ਰਭ ਕਹਿ ਰਹੇ ਹਾਂ, ਫਿਰ ਹਰ ਕਹਿ ਰਹੇ ਹਾਂ, ਧਿਆਨ ਰੱਖ। ਪਹਿਲਾਂ ਆਪਾਂ ਕਹਿ ਰਹੇ ਹਾਂ ਕੀਤਾ ਲੋੜੈ ਸੋ ਪ੍ਰਭ ਹੋਏ। ਉਹ ਪਰਮੇਸ਼ਰ ਜਿਹੜਾ ਭੌਤਿਕ ਤੱਤ ਵਿੱਚ ਵਸਦਾ ਹੈ, ਉਹਦੇ ਕੀਤਿਆਂ ਹੀ ਉਹ ਹੁੰਦਾ ਹੈ ਜੋ ਕੀਤਾ ਆਪਾਂ ਲੋੜਦੇ ਹਾਂ। ਉਹਦਾ ਅਰਥ ਹੈ ਕਿ ਰੱਬ ਖਿਆਲ ਦਿੰਦਾ ਤਾਂ ਹੁੰਦਾ ਹੈ, ਅਤੇ ਜਦੋਂ ਰੱਬ ਕੰਮ ਕਰਾਉਂਦਾ ਅਤੇ ਤਾਂ ਪੂਰਾ ਹੁੰਦਾ, ਧਿਆਨ ਰੱਖ। ਨਹੀਂ ਤਾਂ ਉਹ ਕੀਤਾ ਲੋੜਿਆ ਵਿੱਚ ਹੀ ਰਹਿ ਜਾਂਦਾ ਹੈ। ਮਤਾ ਕਰੇ ਪਸ਼ਚਮ ਕੀ ਤਾਂ ਹੀ ਪੂਰਬ ਹੀ ਲੈ ਜਾ। ਨਹੀਂ ਤਾਂ ਖਿਆਲ ਕੁਝ ਹੁੰਦਾ ਹੈ ਅਤੇ ਬੰਦਾ ਕਿਤੇ ਹੋਰ ਹੁੰਦਾ। ਖਿਆਲ ਜੀਵਨ 'ਚ ਆਏ ਹੁੰਦਾ ਹੈ ਕਿ ਮੈਂ ਜਿਹਦੇ ਨਾਲ ਵਿਆਹ ਕਰਨਾ ਸੀ ਉਹਦੇ ਨਾਲ ਤਾਂ ਮੇਰਾ ਹੋਇਆ ਹੀ ਨਹੀਂ, ਧਿਆਨ। ਜਿਹੜਾ ਮੈਂ ਖਿਆਲ ਕਰਦਾ ਸੀ ਉਹ ਮੇਰਾ ਕੰਮ ਨਹੀਂ ਹੋਇਆ, ਧਿਆਨ। ਔਰੇ ਕੀ ਔਰੇ ਭਈ ਚਿਤਵਤ ਰਹਿਓ ਠਗੌਰ, ਨਾਨਕ ਫਾਸੀ ਗੱਲ ਭਰੀ। ਅਖੀਰ ਵਿੱਚ ਐਸਾ ਜੀਵਨ ਆਏ ਲੱਗਦਾ ਹੈ ਕਿ ਮੈਂ ਚਾਹੁੰਦਾ ਕੁਛ ਸੀ, ਮੈਂ ਜਾਣਾ ਕਿਤੇ ਸੀ, ਪਹੁੰਚ ਮੈਂ ਕਿਤੇ ਗਿਆ, ਧਿਆਨ। ਮੈਂ ਕੀ ਲੋੜਦਾ ਸੀ, ਕੀ ਹੋ ਗਿਆ, ਹੈ ਨਾ। ਐਸਾ ਜੀਵਨ ਵਿੱਚ ਆਏ ਜੀਵਨ ਬਤੀਤ ਹੁੰਦਾ ਹੈ। ਅਸੀਂ ਸਮਝਦੇ ਨਹੀਂ ਕਿ ਜਦੋਂ ਬਚਪਨ ਤੋਂ ਇਹ ਖਿਆਲ ਕਿਤੇ ਜੋ ਗੁਰਬਾਣੀ ਦੇ ਨਾਲ ਜੁੜ ਕੇ ਸਿੱਖ ਕਮਾਉਣ ਲੱਗ ਜਾਏ, ਕਹਿੰਦੇ ਭਾਈ ਫਿਰ ਉਹ ਰੱਬ ਦਾ ਰੂਪ ਹੁੰਦਾ ਹੈ। ਉਹ ਕਦੇ ਦੁਖੀ ਨਹੀਂ ਹੁੰਦਾ, ਚਾਹੇ ਦੁਨੀਆ ਉਹਨੂੰ ਦੁੱਖ ਦੇਣ ਦੀ ਕੋਸ਼ਿਸ਼ ਕਿਉਂ ਨਾ ਕਰੇ, ਤਾਂ ਵੀ ਦੁਖੀ ਨਹੀਂ ਹੁੰਦਾ, ਧਿਆਨ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਣੈ, ਸੁਖ ਸਨਹਿ ਅਰ ਭੈ ਨਹੀਂ ਜਾਂਕੈ, ਕੰਚਨ ਮਾਟੀ ਮਾਣੈ। ਸੋ ਸੱਚੇ ਪਾਤਸ਼ਾਹ ਕਹਿੰਦੇ ਹਨ ਭਾਈ ਕੀਤਾ ਲੋੜੈ ਸੋ ਪ੍ਰਭ ਹੋਏ। ਉਹ ਰੱਬ ਤੇ ਕੀਤਿਆਂ ਹੀ ਹੁੰਦਾ, ਨਹੀਂ ਤਾਂ ਨਹੀਂ ਹੁੰਦਾ। ਜੋ ਬੰਦਾ ਕੀਤਾ ਲੋੜਦਾ, ਜੋ ਬੰਦਾ ਖਿਆਲ ਕਰਦਾ ਕਿ ਐਸਾ ਹੋ ਜਾਏ, ਐਸਾ ਕਰਾਂ ਮੈਂ, ਹੈ ਨਾ। ਸੋ ਉਹ ਕੀਤਾ ਹੀ ਪੂਰਾ ਤਾਂ ਹੋਏਗਾ ਜੇ ਪ੍ਰਭ ਨੂੰ ਆਪਣੇ ਹਿਰਦੇ 'ਚ ਵਸਾਵੇ। ਸੋ ਪ੍ਰਭ ਦੇ ਅਰਥ ਬਹੁਤ ਧਿਆਨ ਨਾਲ ਕਰਨੇ। ਪ੍ਰਭ ਦਾ ਅਰਥ ਹੈ ਪਰਮੇਸ਼ਰ ਜੋ ਸਾਡੇ ਸਰੀਰ ਦੇ ਵਿੱਚ ਵਸਦੇ ਨੇ, ਜੋ ਭੌਤਿਕ ਤੱਤ ਵਿੱਚ ਵਸਦੇ ਨੇ। ਇਸ ਸਰੀਰ ਤੋਂ ਬਿਨਾਂ, ਇਸ ਘਟ ਬੈਠੇ ਰੱਬ ਤੋਂ ਬਿਨਾਂ ਕਿਸੇ ਹੋਰ ਦੀ ਬੰਦਗੀ ਨਹੀਂ ਕਰਨੀ ਜੀ, ਧਿਆਨ ਰੱਖਣਾ। ਜਿੰਨਾ ਸਾਡਾ ਮਨ ਘਟ ਬੈਠੇ ਰੱਬ ਦੇ ਨਾਲ ਜੁੜੇਗਾ, ਓਨਾ ਫਿਰ ਬੰਦਾ ਇਸ ਦੁਨੀਆ ਵਿੱਚ ਜਿਤਨੇ ਵੀ ਸਰੀਰ ਦਿਖਣਗੇ, ਚਾਹੇ ਕਿਸੇ ਅਵਤਾਰ ਦਾ ਦਿਖੇ, ਚਾਹੇ ਕਿਸੇ ਪਾਤਸ਼ਾਹ ਦਾ ਦਿਸੇ, ਚਾਹੇ ਕਿਸੇ ਭਗਤ ਦਾ ਦਿਸੇ, ਚਾਹੇ ਰੱਬ ਵਰਗਾ ਕਿਉਂ ਨਾ ਹੋਵੇ ਬੰਦਾ, ਫਿਰ ਉਹਦੀ ਪੂਜਾ ਨਹੀਂ ਕਰਦਾ। ਉਹ ਫਿਰ ਘਟ ਬੈਠੇ ਰੱਬ ਨੂੰ ਸਭ ਦੇ ਵਿੱਚ ਜਾਣਦਾ ਅਤੇ ਘਟ ਬੈਠੇ ਰੱਬ ਦੇ ਗੁਣਾਂ ਦੀ ਪੂਜਾ ਕਰਦਾ ਹੈ। ਆਖੋ ਸਤਿਨਾਮ, ਧਿਆਨ ਰੱਖਣਾ। ਜੀਵਨ ਵਿੱਚ ਇਹ ਆਧਾਰ ਬਣਾ ਕੇ ਸਿੱਖ ਜਗਤ ਵਿੱਚ ਸਾਨੂੰ ਚੱਲਣ ਦਾ ਹਿਦਾਇਤ ਹੈ। ਫਿਰ ਮਹਾਰਾਜ ਕਹਿੰਦੇ ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਏ। ਉੱਥੇ ਹਰ ਸ਼ਬਦ ਵਰਤਿਆ ਗਿਆ, ਯਾਨੀ
ਐਸਾ ਕੋਈ ਵੀ ਕੰਮ ਜਦੋਂ ਤੁਸੀਂ ਕੀਤਾ ਲੋੜਦੇ ਹੋ, ਪਹਿਲਾਂ ਤਾਂ ਰੱਬ ਦਾ ਪਰਮੇਸ਼ਰ ਕਰਦਾ ਕਰਕੇ ਜਾਣ ਕੇ ਘੱਟ ਬੈਠੇ ਰੱਬ ਅੱਗੇ ਅਰਦਾਸ ਕਰਦੇ ਹੋ, ਫਿਰ ਉਹ ਜੀਵਨ ਵਿੱਚ ਹਰੇਕ ਵਿੱਚ ਵਸਦਾ ਰੱਬ, ਫਿਰ ਹਰੇਕ ਦਾ ਜਿਨ੍ਹਾਂ ਵਿੱਚੋਂ ਕੰਮ ਹੋਣਾ ਨਾ ਕਿਸੇ ਵੀ ਬੰਦੇ ਵਿੱਚੋਂ, ਰੱਬ ਫਿਰ ਉਹਦੇ ਰਾਹੀਂ ਆਪਣਾ ਕੰਮ ਕਰਾਉਂਦਾ ਹੈ। ਆਖੋ ਸਤਨਾਮ, ਕੰਮ ਕਰਾਉਂਦਾ। ਸੋ ਹਰ ਦਾ ਅਰਥ ਹਮੇਸ਼ਾ ਯਾਦ ਰੱਖਣਾ, ਜਿਹੜਾ ਹਰੇਕ ਵਿੱਚ ਵਸਦਾ ਹੈ। ਪ੍ਰਭ ਦਾ ਅਰਥ ਹਮੇਸ਼ਾ ਯਾਦ ਰੱਖਣਾ, ਪਰਮੇਸ਼ਰ ਜੋ ਆਪਣੇ ਸਰੀਰ ਵਿੱਚ ਵਸਦੇ ਨੇ। ਇਹ ਦੋ ਹੀ ਇੱਕ ਐਸੀ ਸ਼ਖਸੀਅਤਾਂ ਨੇ ਜਿਹਦੇ ਨਾਲ ਜੀਵਨ ਦਾ ਕਾਰਜ ਪੂਰਾ ਹੋਣਾ ਹੈ। ਸੋ ਮਹਾਰਾਜ ਕਹਿੰਦੇ ਹਨ, ਹਰ ਪ੍ਰਭ ਠਾਕੁਰ ਕਾਜ ਰਚਾਇਆ, ਧਨ ਹਿਰਦੈ ਨਾਮ ਵਿਕਾਸੀ, ਜਨ ਨਾਨਕ ਬੋਲੇ ਚੌਥੀ ਲਾਵੈ, ਹਰ ਪਾਇਆ ਪ੍ਰਭ ਅਬਨਾਸੀ। ਦੇਖੋ ਇੱਥੇ ਸ਼ਬਦ ਦੀ ਸਮਾਪਤੀ ਹੈ, ਹਰ ਤੇ ਪ੍ਰਭ ਦੋਨੋਂ ਸ਼ਬਦ ਆਏ ਹੋਏ। ਸੋ ਇਹਨਾਂ ਸ਼ਬਦਾਂ ਦਾ ਬਹੁਤ ਧਿਆਨ ਰੱਖਣਾ ਹੈ ਜੀ। ਸੋ ਮਹਾਰਾਜ ਅੱਗੇ ਕਹਿੰਦੇ ਹਨ, ਭਾਈ ਤੁਝ ਬਿਨ ਦੂਜਾ ਨਾਹੀ ਕੋਏ, ਐਸੇ ਘਟ ਬੈਠੇ ਰੱਬ ਤੋਂ ਬਿਨਾਂ ਕੋਈ ਦੂਜਾ ਹੋ ਹੀ ਨਹੀਂ ਸਕਦਾ। ਧਿਆਨ ਹਰੇਕ ਵਿੱਚ ਜੇ ਕੰਮ ਕਰਾਊਗਾ, ਜੇ ਹੋਊਗਾ ਤੇ ਰੱਬ ਨੇ ਪ੍ਰੇਰਨਾ ਨਾਲ ਉਹਦੇ ਵਿੱਚੋਂ ਹੋਣਾ, ਨਹੀਂ ਤਾਂ ਆਪਣੇ ਕੰਮ ਨਹੀਂ ਹੋਣੇ। ਧਿਆਨ ਰੱਖਣਾ, ਨਹੀਂ ਹੋਣੇ। ਆਪਣਾ ਕੰਮ ਜਦੋਂ ਕਿਸੇ ਵਿੱਚੋਂ ਵੀ ਹੋਣਾ ਹੈ, ਚਾਹੇ ਮਾਤਾ ਵਿੱਚੋਂ ਹੋਣੀ ਹੈ, ਚਾਹੇ ਪਿਤਾ ਵਿੱਚੋਂ ਹੋਣਾ, ਚਾਹੇ ਬੱਚਿਆਂ ਵਿੱਚੋਂ ਹੋਣਾ, ਚਾਹੇ ਸਮਾਜ ਦੇ ਕਿਸੇ ਅੰਗ ਵਿੱਚੋਂ ਹੋਣਾ ਹੈ, ਉਹ ਹਰੇਕ ਵਿੱਚ ਵਸਦਾ ਜਿਹੜਾ ਰੱਬ ਹੈ ਉਹਦੇ ਕਿਰਾਇਆ ਹੀ ਹੋਣਾ ਹੈ, ਨਹੀਂ ਤਾਂ ਨਹੀਂ ਹੋਣਾ। ਸੋ ਖਿਆਲ ਰੱਖਣਾ, ਐਸੇ ਮਾਲਕ ਨੂੰ ਜੀਵਨ ਵਿੱਚ ਹਮੇਸ਼ਾ ਆਪਣੇ ਮਨ ਵਿੱਚ ਟਿਕਾਉਣ ਵਾਸਤੇ ਮਹਾਰਾਜ ਇਹ ਦੋਨੋਂ ਸ਼ਬਦ ਵਰਤਦੇ ਨੇ, ਪ੍ਰਭ ਤੇ ਹਰ। ਤਾਂ ਜਾਣੋ ਰਮੇ ਹੋਏ ਰੱਬ ਦੀ ਸਿੱਖ ਬੰਦਗੀ ਕਰਨ ਵਾਲਾ ਇਸ ਧਰਤੀ ਤੇ ਰਿਹਾ। ਖਿਆਲ ਕਰਿਓ। ਸੋ ਸੱਚੇ ਪਾਤਸ਼ਾਹ ਕਹਿੰਦੇ ਨੇ, ਜੀਵਨ ਵਿੱਚ ਤੁਝ ਬਿਨ ਦੂਜਾ ਨਾਹੀ ਕੋਏ। ਕੋਈ ਐਸਾ, ਇੱਕ ਹੁੰਦਾ ਨਾ ਨਹੀਂ, ਇੱਕ ਹੁੰਦਾ ਨਾਹੀ। ਕੰਨੇ ਲਾ ਕੇ ਸ਼ਬਦ ਬੋਲਣਾ, ਧਿਆਨ ਰੱਖਣਾ। ਜਦੋਂ ਆਨੰਦ ਸਾਹਿਬ ਪੜ੍ਹਦੇ ਹਾਂ, ਸਾਚੇ ਸਾਹਿਬਾ ਕਿਆ ਨਾਹੀ, ਨਹੀਂ ਤਾਂ ਲੋਕ ਨਹੀਂ ਪੜ੍ਹ ਜਾਂਦੇ ਨੇ। ਧਿਆਨ ਰੱਖਣਾ। ਅਕਸਰ ਅਸੀਂ ਰਾਗੀ ਸਿੰਘਾਂ ਨੂੰ ਦੇਖਿਆ, ਸੁਣਿਆ, ਉਹ ਨਹੀਂ ਸ਼ਬਦ ਨਾਲ ਹੀ ਦੋਨੋਂ ਉੱਪਰ ਤੇ ਅਖੀਰ ਵਿੱਚ ਉਹ ਨਹੀਂ ਬੋਲ ਜਾਂਦੇ। ਸੋ ਖਿਆਲ ਕਰਨਾ, ਨਾਹੀ ਕੰਨੇ ਲੱਗੇ ਹੋਏ ਸ਼ਬਦਾਂ ਦਾ ਬਹੁਤ ਧਿਆਨ ਰੱਖਣਾ। ਜਿੱਥੇ ਕੰਨੇ ਲੱਗੇ ਹੁੰਦੇ ਨੇ ਸ਼ਬਦਾਂ ਦੇ ਵਿੱਚ, ਜਿਵੇਂ ਜਪ ਤੇ ਜਾਪ, ਸੱਚਾ ਸਾਚਾ, ਰਤੇ ਰਾਤੇ, ਕਰ ਕਾਰ, ਆਨੰਦ ਆਨੰਦ, ਕੰਨੇ ਲੱਗੇ ਹੋਏ ਨਾ ਸ਼ਬਦ ਦੇ ਵਿੱਚ। ਉਹਨਾਂ ਦਾ ਅਰਥ ਇਹ ਹੈ ਕਿ ਜਿਹਨੂੰ ਆਪਾਂ ਜਪਦੇ ਹਾਂ ਉਹ ਤਾਂ ਜਪਦੇ ਹਾਂ ਜਦੋਂ ਉਹ ਆਪ ਜਪਾਵੇ, ਨਹੀਂ ਤਾਂ ਬੰਦਾ ਨਹੀਂ ਜਪ ਸਕਦਾ। ਧਿਆਨ ਰੱਖਣਾ। ਅਤੇ ਜਦੋਂ ਬੰਦਾ ਜਪ ਕੇ ਲੋਕਾਂ ਨੂੰ ਕਹੇ ਮੈਂ ਜਪਿਆ ਸੀ, ਫਿਰ ਬੰਦਾ ਫਸ ਜਾਏਗਾ। ਫਿਰ ਰੱਬ ਕਹਿੰਦਾ ਹੁਣ ਜਪਾ ਕੇ ਦਿਖਾ, ਜਪ ਕੇ ਦਿਖਾ। ਬੰਦਾ ਨਹੀਂ ਜਪ ਸਕਦਾ। ਧਿਆਨ ਰੱਖਣਾ। ਆਪ ਜਪਾਏ ਜਪੇ ਸੋ ਨਾਉ, ਆਪ ਗਵਾਏ ਸੋ ਹਰ ਗੁਣ ਗਾਏ। ਕੋਈ ਵੀ ਬੰਦਾ ਕੋਈ ਸੇਵਾ ਕਰ ਰਿਹਾ, ਬਾਣੀ ਪੜ੍ਹ ਰਿਹਾ, ਭਜਨ ਕਰ ਰਿਹਾ, ਉਹ ਜੇ ਰੱਬ ਜਪਾਉਂਦੇ ਨੇ ਤਾਂ ਜਪਿਆ ਜਾਂਦਾ, ਤੇ ਬੰਦਾ ਗਿਆਨ ਨਾ ਹੋਣ ਕਾਰਨ ਕਹਿ ਜਾਂਦਾ ਮੈਂ ਜਪਿਆ ਸੀ, ਫਿਰ ਅਗਲੇ ਦਿਨ ਜਪਿਆ ਨਹੀਂ ਜਾਣਾ ਜੀ। ਧਿਆਨ, ਬੜਾ ਮੁਸ਼ਕਿਲ ਹੋ ਜਾਣੀ। ਸੋ ਸੱਚੇ ਪਾਤਸ਼ਾਹ ਕਹਿੰਦੇ ਹਨ, ਭਾਈ ਨਹੀਂ ਤਾਂ ਬੰਦੇ ਭਜਨ ਕਰਨ ਵਾਲੇ ਜਿਨ੍ਹਾਂ ਨੂੰ ਗਿਆਨ ਨਹੀਂ ਹੁੰਦਾ ਉਹ ਵੀ ਹੰਕਾਰੀ ਹੋ ਜਾਂਦੇ ਨੇ। ਕਹਿੰਦੇ ਅਨਕ ਤਪੱਸਿਆ ਕਰੇ ਹੰਕਾਰ, ਹੈ ਨਾ, ਸ਼ਬਦ ਬਾਣੀ 'ਚ ਹੈ। ਕਹਿੰਦੇ ਨਰਕ ਸੁਰਗ ਫਿਰ ਅਵਤਾਰ। ਕਹਿੰਦੇ ਉਹ ਬੰਦਾ ਫਿਰ ਦੁੱਖ ਭੋਗੇਗਾ। ਸੋ ਕਦੇ ਵੀ ਇਸ ਜੁਗਤ ਤੋਂ ਪਿੱਛੇ ਨਹੀਂ ਹਟਣਾ। ਜਦੋਂ ਪਾਠ ਕਰੋ ਕਹਿਣਾ ਮਾਲਕ ਤੈਂ ਕਰਾਇਆ ਸੀ ਤਾਂ ਹੋਇਆ, ਜਦੋਂ ਭਜਨ ਕਰੋ ਤੇ ਕਹਿਣਾ ਮਾਲਕ ਤੂੰ ਕਰਾਉਣਾ ਤਾਂ ਹੁੰਦਾ, ਨਹੀਂ ਤਾਂ ਮੈਥੋਂ ਨਹੀਂ ਹੋ ਸਕਦਾ। ਇਹ ਤੇਰੀ ਕਿਰਪਾ। ਉਹਦੀ ਵਡਿਆਈ ਕਰਨੀ ਘੱਟ ਬੈਠੇ ਮਾਲਕ ਦੀ, ਆਪਣੇ ਆਪ ਨੂੰ ਰੱਤੀ ਮਾਤਰ ਵੀ ਨਹੀਂ ਜਨਾ ਦੇਣਾ। ਧਿਆਨ ਰੱਖਣਾ। ਸੋ ਸੱਚੇ ਪਾਤਸ਼ਾਹ ਕਹਿੰਦੇ ਜੋ ਜਨ ਸੇਵੇ ਤਿਸ ਪੂਰਨ ਕਾਜ। ਜੋ ਐਸਾ ਸੇਵਨਾ ਕਰੇ, ਸੇਵਨਾ ਦਾ ਅਰਥ ਵੀ ਜਾਣਿਓ ਕਿ ਸੇਵਾ ਕਰਦਿਆਂ ਹੋਇਆਂ ਰੱਬ ਨੂੰ ਯਾਦ ਰੱਖਣਾ, ਉਹਨੂੰ ਸੇਵਨਾ ਕਹਿੰਦੇ ਨੇ। ਧਿਆਨ ਰੱਖਣਾ। ਨਹੀਂ ਤਾਂ ਬੰਦਾ ਸੇਵਾ ਕਰਦਿਆਂ ਵੀ ਹੰਕਾਰ 'ਚ ਆ ਜਾਂਦਾ, ਨਹੀਂ ਤਾਂ ਬੰਦਾ ਸੇਵਾ ਕਰਦਿਆਂ ਵੀ ਕਹਿੰਦਾ ਮੈਂ ਬੜੀ ਸੇਵਾ ਕਰਦਾ ਜੀ। ਸੋ ਮਹਾਰਾਜ ਕਹਿੰਦੇ ਤੇਰੀ ਸੇਵਾ ਤੁਝ ਤੇ ਹੋਵੇ ਔਰ ਨਾ ਦੂਜਾ ਕਰਤਾ। ਧਿਆਨ ਰੱਖ। ਸੋ ਕਿਰਤ ਕਰਦਿਆਂ ਹੋਇਆਂ ਕੀਰਤ ਗਾਉਣੀ, ਸੇਵਾ ਕਰਦਿਆਂ ਹੋਇਆਂ ਸੇਵਨਾ। ਸੇਵਨਾ ਦਾ ਅਰਥ ਹੈ ਰੱਬ ਨੂੰ ਯਾਦ ਰੱਖਣਾ ਜਿਹਨੇ ਸੇਵਾ ਕਰਾਈ ਹੈ। ਆਪੇ ਸੇਵਾ ਲਾਇਨ ਆਪੇ ਬਖਸ਼ ਕਰੇ, ਸਭਨਾ ਕਾ ਮਾਪਿਓ ਆਪ ਹੈ ਆਪੇ ਸਾਰ ਕਰੇ। ਜਦੋਂ ਰੱਬ ਆਪਾਂ ਨੂੰ ਸੇਵਾ ਦੇਵੇ, ਆਪਾਂ ਤੋਂ ਸੇਵਾ ਹੁੰਦੀ ਹੋਵੇ ਤੇ ਆਪਾਂ ਸੇਵਾ ਕੀਤੀ ਕਰਕੇ ਲੋਕਾਂ ਤੋਂ ਪ੍ਰਸ਼ੰਸਾ ਲੋੜਦੇ ਹੋਈਏ, ਯਾਦ ਰੱਖਣਾ ਅਸੀਂ ਜੇ ਕਹਿਤਾ ਨਾ ਮੈਂ ਸੇਵਾ ਕੀਤੀ, ਉਹ ਜੀਵਨ 'ਚ ਬੰਧਨ ਬਣ ਜਾਣਾ ਭਾਈ। ਅੱਗੇ ਤੋਂ ਸੇਵਾ ਹੋਣੀ ਹੌਲੀ ਹੌਲੀ ਬੰਦ ਹੋ ਜਾਣੀ। ਐਸੀ ਠਗੌਰੀ ਪਾਏ ਭੁਲਾਵੈ, ਮਨ ਸਭ ਕਹਿ ਲਾਗੈ ਮੀਠੀ। ਧਿਆਨ ਰੱਖ। ਰੱਬ ਫਿਰ ਐਸਾ ਛੁਣਛੁਣਾ ਦੇ ਕੇ ਸਾਨੂੰ ਛੱਡ ਦਿੰਦਾ ਹੈ
कि फिर सानू रब कदे याद नहीं आता, माया का छुनछुना दे देंदा। ध्यान सो बंदा ये ही भरमदा रहिंदा, कहना मेरे को रब ने बहुत माया दे दी। कहते जिन्ना बंदा पैसे वाला हुंदा है कहते उतना ही दुखी हुंदा है। याद रखना, बड़े बड़े जो दिसै लोग तिनको व्यापै चिंता रोग, कौन बड़ा माया वडियाई। महाराज कहते नहीं, कहते सो बड़ा जिन राम लिवलाई, भूमिया भूम ऊपर नित लूजै, छोड़ चले तृष्णा नहीं पूजै, कहो नानक ये तत्त विचारा, बिन हर भजन नहीं छुटकारा। ध्यान किसे का छुटकारा नहीं होना। सो सच्चे पातशाह कहते हैं भाई, दास अपने की राखो लाज, आए दास दी मेरे मालिक तू आप ही लाज रखना वाला, मैं तेरा हाँ, तेथों बिना मैं होर किसी नूं कुछ नहीं जानता, तेरा कोई शरीक नहीं है, मैं ओदी पूजा ही नहीं करता, मैं तो तेरी बंदगी करदा जो तू मेरे विच वसदा। ध्यान रख, आए दृढ़ता दे नाल अपने मन नूं होड़ना, आए मोड़ना। महाराज कहते मन ही नाल झगड़ा, मन ही नाल सत्थ, मन ही मंझ समाए, मन दे विच ही रब वसदा है। तिस साहिब की टेक नानक मनै माहे, मन माही मेरे गोविंदा। सो उस रब नूं याद मन राही करना, ये मन मेरिया तू सदा रहो हर नाल। मन नूं बार बार होड़ना, घट बैठे रब नूं अपने अंदर जानना, उन्होंने हरेक विच जानना, उत्थे हर शब्द वरतना। ध्यान रख, महाराज ने वरत्या ऐसा जानना। सो सच्चे पातशाह कहते हैं भाई, जीवन विच तेरी शरण पूर्ण दे आला। जदों ऐसा मन अपने विच वसदे, रब ते हरेक विच वसदे होए रब दे नाल बंदे दा मन जुड़दा है, फिर उते दया हुंदी है, दयालु रब उते फिर दया करदा है, उहनूं फिर जीवन विच हर बंदा दया करदा है, उते तरस खांदा है। ध्यान रखना, तरस पिया मैं रहमत होई, सतगुरु सज्जन मिलिया। फिर वो कहते गुरु के गुर नूं सत करके मनन की अवस्था के लायक बनता है। ध्यान रख, वो फिर मन फिर सत करके गुरु के गुर नूं मनदा, उन्होंने सतगुरु शब्द वरते। ध्यान रख, सो आपां इस गल नूं आ जिहड़े जितने दिन हैं इन्हां विच लगातार बाणी दे शब्द आने ने, आपां ने इन्हां नूं हौली हौली नाल दे नाल समझण की कोशिश करते जावांगे। सो आओ इत्थे सच्चे पातशाह कहते हैं भाई, तुझ बिन कवन करे प्रतिपाला, मेरे मारक ते इत्थों बिना कौन मेरी प्रति हमेशा सेकंड हर सेकंड, प्रथ दा अर्थ है हरेक सेकंड, मेरी पालना करने वाला कोई दूजा नहीं है। मैं छोटा सी ते मेरी माता पिता बन के तू ही रखा करता सी, मेरे भैन भाई बन के फिर तू रखा करता रहे, फिर समाज का अंग बन के तू मेरी रखा करता रहा। तू मेरा पिता, तू है मेरा माता, तू मेरा बंधप, तू मेरा भराता, तू मेरा राखा, सब नहीं थाई। मैं जिथे जाना उत्थे तू मैनू नज़र आना है। महाराज कहते जिथे जाइए जगत में तिथे हर मित सहाय। ध्यान, उत्थे घट बैठा रब सब दे विच वरतदा, सब दे विचों काम करदा, कहते अपना सहाई हुंदा आपां नूं नज़र आउंदा है। ते आए सिख फिर जै जै पेखो तहें हजूर, दूर कतों ना जाई, रब रहा सर्वत्र में। जिहड़ा रब सब दे विच वरत रहा है, कहते मन सदा ते आई। आए मन ने रब नूं ध्यान दा ये गल गुरु तो सिखनी है। ध्यान रख, साडा ध्यान का तरीका वखरा है। असी किते जंगलों च नहीं जाना, किसी विशेष दिन किसी बाबे का ध्यान नहीं धरना, असी उस निराकार की बंदगी करनी है जो थापिया ना जाए, कीता ना होए, आपे आप निरंजन सोए, जिन सेविया तिन पाया मान, नानक गाविए गुणी निधा। ਉਹਦੇ गुण गाने ने जो सब दे विच उसदे गुण वरत रहे हैं। जे मेरे विच ਉਹਦੇ ਵਰਤ ਰਹੇ ਨੇ, ਸਭ ਦੇ ਵਿੱਚ ਵੀ ਉਹਦੇ ਵਰਤ ਰਹੇ ਨੇ। ਜੇ ਉਸ ਰੱਬ ਦੇ ਗੁਣਾਂ ਨੂੰ ਮੈਂ ਉਹਦੇ ਗੁਣ ਗਾਵਾਂਗਾ ਤੇ ਆਪਣੇ ਗੁਣ ਕਹਿ ਕੇ ਨਹੀਂ ਬੋਲਾਂਗਾ, ਮੈਂ ਉਹਦੀ ਭਗਤੀ ਕਰ ਰਿਹਾ। ਐਸਾ ਭਗਤ ਨੂੰ ਜੀਵਨ ਵਿੱਚ ਮਹਾਰਾਜ ਨੇ ਪ੍ਰਗਟ ਕੀਤਾ ਹੈ। ਸਭ ਗੁਣ ਤੇਰੇ ਮੈਂ ਨਾਹੀਂ ਖੋਏ, ਬਿਨ ਗੁਣ ਕੀਤੇ ਭਗਤ ਨਾ ਹੋਏ, ਹੈ ਨਾ। ਇਸ ਭਗਤ ਦੀ ਗੱਲ ਕੀਤੀ ਹੈ ਮਹਾਰਾਜ ਨੇ। ਜੁਗਾਂ ਜੁਗਾਂ ਤੋਂ ਐਸੇ ਭਗਤ ਹੋਏ ਨੇ। ਸੋ ਸੱਚੇ ਪਾਤਸ਼ਾਹ ਕਹਿੰਦੇ ਹਨ, ਜਲ ਥਲ ਮਹੀਲ ਰਵਿਆ भरपूर। कहते वो केवल मेरे विच नहीं, सारे सृष्टि विच भरपूर होके वरत रहा। तू भरपूर जानिया मैं दूर, मैं तेनों दूर समझी बैठा। तू जल विच भी है, थल विच भी है, कहते तू ही भरपूर होके वरत रहा सारी सृष्टि विच। कहते निकट वसै ना ही प्रभ दूर, ऐसा रब मेरे निकट वसदा है, प्रभ मेथों दूर जांदा ही नहीं है। ध्यान, महाराज कहते डर डर मरते जब जानिए दूर, डर चुका देखिया भरपूर।
ਜਦੋਂ ਮੈਂ ਰੱਬ ਨੂੰ ਆਪਣੇ ਭਰਪੂਰ ਅੰਦਰ ਤੇ ਸਭ ਦੇ ਵਿੱਚ ਦੇਖਾਂਗਾ ਮੇਰਾ ਡਰ ਖਤਮ ਹੋ ਜਾਣਾ ਹੈ। ਆਖੋ ਸਤਨਾਮ। ਨਹੀਂ ਤਾਂ ਬੰਦਾ ਡਰਦਾ ਡਰਦਾ ਹੀ ਮਰ ਜਾਂਦਾ ਹੈ। ਸੋ ਸੱਚੇ ਪਾਤਸ਼ਾਹ ਕਹਿੰਦੇ ਨਿਰਭਉ ਸੰਗ ਤੁਮਾਰੇ ਬਸਤੇ। ਇਹ ਡਰਨ ਕਹਾਂ ਤੇ ਆਇਆ, ਇਹ ਡਰਨ ਕਿਵੇਂ ਆ ਗਿਆ ਤੇਰੇ ਵਿੱਚ, ਤੂੰ ਕਿਉਂ ਡਰਨ ਲੱਗ ਗਿਆ। ਮਹਾਰਾਜ ਕਹਿੰਦੇ ਇਸ ਮਨ ਨੂੰ ਕਹਿੰਦੇ ਲੋਕ ਪਤਿਆਰੇ ਕਛੂ ਨਾ ਪਾਈਐ। ਕਹਿੰਦੇ ਲੋਕਾਂ ਨੂੰ ਪਤਿਆਰਿਆਂ ਨਹੀਂ ਜੀਵਨ 'ਚ ਕੁਛ ਮਿਲਣਾ। ਲੋਕਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਨਾ ਕਰੋ, ਰੱਬ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰੋ। ਚਾਹੇ ਲੋਕ ਖੁਸ਼ ਹੋਣ ਚਾਹੇ ਨਾ ਹੋਣ, ਚਿੰਤਾ ਨਾ ਕਰਿਓ। ਲੋਕ ਪਤੀਨੇ ਕਛੂ ਨਾ ਹੋਵੇ, ਨਾ ਹੀ ਰਾਮ ਆਣਾ। ਧਿਆਨ ਰੱਖਣਾ ਮੇਰਾ ਰੱਬ ਕੋਈ ਨਿਆਣਾ ਨਹੀਂ ਹੈ। ਮੈਂ ਲੋਕਾਂ ਨੂੰ ਖੁਸ਼ ਕਰਨ ਵਾਸਤੇ ਨਿਕਲ ਪੈਣਾ, ਮੈਂ ਲੋਕਾਂ ਨੂੰ ਖੁਸ਼ ਕਰਦਾ ਫਿਰਦਾ, ਆਪਣੇ ਰੱਬ ਨੂੰ ਖੁਸ਼ ਕਰਨਾ ਮੈਂ ਛੱਡ ਦਿੱਤਾ। ਧਿਆਨ। ਸੋ ਸਿੱਖ ਆਪਣੇ ਰੱਬ ਨੂੰ ਖੁਸ਼ ਕਰਦਾ ਹੈ ਤੇ ਫਿਰ ਜਗ ਖੁਸ਼ ਹੁੰਦਾ ਹੈ, ਨਹੀਂ ਹੁੰਦਾ ਉਹਦੀ ਪਰਵਾਹ ਨਹੀਂ ਕਰਦਾ। ਆਖੋ ਸਤਨਾਮ। ਸੱਚੇ ਪਾਤਸ਼ਾਹ ਕਹਿੰਦੇ ਸਾਚ ਲੱਗੈ ਤਾਂ ਹਉਮੈ ਜਾਈਐ। ਕਹਿੰਦੇ ਆਹ ਸਾਚ ਕੰਨਾਂ ਲਾ ਕੇ ਬੋਲ ਰਹੇ ਨਾ, ਜਿਹਨੂੰ ਸੱਚ ਨੂੰ ਕਹਿੰਦੇ ਆ, ਉਹ ਸੱਚ ਤਾਂ ਬੋਲਿਆ ਜਾਂਦਾ ਜੇ ਰੱਬ ਬੁਲਾਉਂਦਾ ਹੋਵੇ। ਆਖੋ ਸਤਨਾਮ। ਉਹ ਤੇ ਕੰਨੇ ਭੁੱਲਣਾ ਨਹੀਂ ਜੀ, ਕੰਨੇ ਹਮੇਸ਼ਾ ਯਾਦ ਰੱਖਣੇ। ਸੋ ਮੇਰੇ ਮਾਲਕ ਮੈਥੋਂ ਸਾਚ ਬੁਲਾਉਂਦੇ ਨੇ ਤਾਂ ਮੈਂ ਸੱਚ ਬੋਲਦਾ, ਨਹੀਂ ਤਾਂ ਮੈਂ ਸੱਚ ਨਾ ਬੋਲ ਸਕਾਂ। ਜੇ ਰੱਬ ਨਾ ਬੁਲਾਵੇ ਮੈਂ ਝੂਠ ਹੀ ਬੋਲ ਕੇ ਆਪਣਾ ਗੁਜ਼ਾਰਾ ਕਰਦਾ। ਧਿਆਨ ਰੱਖ। ਸੋ ਮੇਰੇ ਮਾਲਕ ਆਪ ਸਾਚ ਬੁਲਾਉਂਦੇ ਨੇ, ਯਾਨੀ ਉਹ ਰੱਬ ਆਪ ਬੋਲਦੇ ਹੁੰਦੇ ਨੇ ਤਾਂ ਮੈਂ ਬੋਲਦਾ ਹੁੰਦਾ ਸੱਚ, ਨੇ ਤਾਂ ਮੈਂ ਸੱਚ ਨਾ ਬੋਲ ਸਕਦਾ। तो महाराज कहते साचे साहिबा क्या नाही करते रह, करता तेरा सब कुछ है। कहते ਉਹ ਸੱਚ ਨੂੰ ਸਾਚ ਕਰਕੇ ਕੰਨਾਂ ਲਾ ਕੇ ਜਦੋਂ ਬੋਲਦੇ ਆ ਤੇ ਸਿੱਖ ਦੀ ਬੋਲਣ ਦੀ ਪ੍ਰਵਿਰਤੀ ਸ਼ਬਦ ਦੀ ਬਦਲ ਜਾਂਦੀ ਹੈ। ਧਿਆਨ। ਸੋ ਸੱਚੇ ਪਾਤਸ਼ਾਹ ਕਹਿੰਦੇ ਹਨ ਭਾਈ ਐਸੀ ਅਵਸਥਾ ਜਿਸ ਨੂੰ ਲਾਏ ਲਏ ਸੋ ਲਾਗੈ। ਜਿਹਨੂੰ ਫਿਰ ਰੱਬ ਲਾਉਂਦਾ ਉਹ ਲੱਗਦਾ ਇਸ ਸੱਚ ਦੇ ਨਾਲ, ਨਹੀਂ ਤਾਂ ਜੁੜ ਨਹੀਂ ਸਕਦਾ। ਧਿਆਨ। ਜਦੋਂ ਕੋਈ ਵੀ ਸੱਚ ਨਾਲ ਜੁੜਿਆ ਹੋਵੇ ਤੇ ਲੋਕ ਆਪਣੀ ਪ੍ਰਸ਼ੰਸਾ ਕਰਦੇ ਨੇ। ਜਿਹੜੇ ਬੰਦੇ ਝੂਠ ਵੀ ਬੋਲਦੇ ਨੇ ਉਹ ਝੂਠ ਵੀ ਤਾਂ ਚੱਲਦਾ ਜਦੋਂ ਝੂਠ ਬੋਲ ਕੇ ਕਹਿੰਦੇ ਮੈਂ ਸੱਚ ਬੋਲ ਰਿਹਾ। ਜੇ ਉਹ ਨਾ ਬੋਲਣ, ਜੇ ਉਹ ਕਹਿਣ ਜੀ ਮੈਂ ਤਾਂ ਝੂਠ ਬੋਲ ਰਿਹਾ ਮੇਰੀ ਗੱਲ ਮੰਨ ਲਓ, ਕੋਈ ਨਾ ਮੰਨੇ। ਧਿਆਨ ਰੱਖ। ਸੋ ਝੂਠ ਨੂੰ ਵੀ ਸੱਚ ਦਾ ਸਹਾਰਾ ਲੈ ਕੇ ਚੱਲਣਾ ਪੈਂਦਾ, ਨਹੀਂ ਤਾਂ ਝੂਠ ਨਹੀਂ ਚੱਲ ਸਕਦਾ। ਖਿਆਲ ਰੱਖਣਾ। ਸੋ ਝੂਠ ਨੂੰ ਚਲਾਉਣਾ ਕਿਉਂ ਹੈ? ਜੇ ਸੱਚ ਨੂੰ ਸੱਚ ਤਰੀਕੇ ਨਾਲ ਬੋਲਣਾ ਨਾ ਆਵੇ ਤੇ ਉਹ ਬੰਦਾ ਫਿਰ ਝੂਠ ਬੋਲਦਾ ਹੁੰਦਾ। ਸੋ ਮਹਾਰਾਜ ਕਹਿੰਦੇ ਸੱਚ ਤਾਂ ਬੋਲਿਆ ਜਾਂਦਾ ਹੈ ਜੇ ਰੱਬ ਬੁਲਾਉਂਦਾ ਹੋਵੇ, ਨਹੀਂ ਤਾਂ ਬੰਦਾ ਨਹੀਂ ਬੋਲ ਸਕਦਾ। ਆਖੋ ਸਤਨਾਮ। ਸੋ ਇਸ ਦੇ ਉੱਤੇ ਜੀਵਨ ਟਿਕਿਆ ਹੋਇਆ, ਬਾਣੀ ਟਿਕੀ ਹੋਈ ਹੈ। ਸੋ ਸੱਚੇ ਪਾਤਸ਼ਾਹ ਕਹਿੰਦੇ ਜਿਸ ਨੂੰ ਲਾਏ ਲਏ ਸੋ ਲਾਗੈ, ਗਿਆਨ ਰਤਨ ਅੰਤਰ ਤਿਸ ਜਾਗੈ। ਕਹਿੰਦੇ ਉਹਦੇ ਅੰਦਰ ਐਸਾ ਗਿਆਨ ਦਾ ਫਿਰ ਰਤਨ ਪ੍ਰਕਾਸ਼ ਹੁੰਦਾ ਹੈ। ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ। ਮਹਾਰਾਜ ਕਹਿੰਦੇ ਉਹ ਜਿਹੜਾ ਰਤਨ ਹੈ ਨਾ ਆਪਣੇ ਅੰਦਰ ਗਿਆਨ ਦਾ, ਮਹਾਰਾਜ ਕਹਿੰਦੇ ਕਬੀਰ ਜਹਾਂ ਗਿਆਨ ਤਹਿ ਧਰਮ ਹੈ, ਜਹਾਂ ਝੂਠ ਤਹਿ ਪਾਪ। ਜਿੱਥੇ ਗਿਆਨ ਹੁੰਦਾ ਉੱਥੇ ਧਰਮ ਟਿਕਿਆ। ਸਿੱਖ ਧਰਮ ਇਸ ਦੇ ਆਧਾਰ ਤੇ ਟਿਕਿਆ ਹੋਇਆ ਹੈ। ਸੋ ਐਸੀ ਅਵਸਥਾ, ਨਹੀਂ ਤਾਂ ਜੀਵਨ 'ਚ ਮਹਾਰਾਜ ਕਹਿੰਦੇ ਦੁਰਮਤ ਜਾਏ ਪਰਮ ਪਦ ਪਾਏ। ਕਹਿੰਦੇ ਜੀਵਨ 'ਚ ਦੁਰਮਤ ਦੂਰ ਹੋ ਜਾਂਦੀ, ਦੂਰ ਰਹਿਣ ਦੀ ਮਤ ਰੱਬ ਤੋਂ। ਜਿਹੜਾ ਰੱਬ ਆਪਣੇ ਘਰ ਵਿੱਚ ਹੋਵੇ, ਮਨ ਉਹਦੇ ਨਾਲ ਨਾ ਰਹੇ ਤੇ ਉਹ ਨੂੰ ਕਹਿੰਦੇ ਦੁਰਮਤ ਹੋ ਗਈ, ਹੈ ਨਾ। ਇਹ ਗੁਰਮਤ ਨਹੀਂ ਹਾਸਲ ਕੀਤੀ, ਇਹਨੇ ਦੁਰਮਤ ਹਾਸਲ ਕਰ, ਦੂਰ ਰਹਿਣ ਦੀ ਮਤ ਹਾਸਲ ਕਰ। ਯਾਨੀ ਘੱਟ ਬੈਠੇ ਰੱਬ ਨੂੰ ਆਪਣੀ ਪ੍ਰੈਜ਼ੈਂਸ ਵਿੱਚ ਫੀਲ ਨਹੀਂ ਕਰਨਾ। ਸੋ ਮਹਾਰਾਜ ਕਹਿੰਦੇ ਇਹਦੇ ਨਾਲ ਕਹਿੰਦੇ ਜੀਵਨ 'ਚ ਦੁਰਮਤ ਦੂਰ ਹੁੰਦੀ ਹੈ ਤੇ ਪਰਮ ਪਦ ਨੂੰ ਪ੍ਰਾਪਤ ਹੁੰਦਾ ਹੈ ਬੰਦਾ, ਨਹੀਂ ਤਾਂ ਨਹੀਂ ਹੋ ਸਕਦਾ। ਸੱਚੇ ਪਾਤਸ਼ਾਹ ਕਹਿੰਦੇ ਗੁਰ ਪ੍ਰਸਾਦੀ ਨਾਮ ਧਿਆਏ। ਹੁਣ ਇੱਥੇ ਦੇਖੋ ਗੁਰ ਦੇ ਨਾਲ ਪ੍ਰਸਾਦ ਜਿਹੜਾ ਸ਼ਬਦ ਹੈ ਪੂਰੇ ਰਾਰੇ ਨਾਲ ਆਇਆ। ਜੇ ਪੈਰ 'ਚ ਰਾਰਾ ਹੋਵੇ ਉਹਦਾ ਅਰਥ ਹੈ ਕਿ ਉਹਦੇ ਚਰਨੀ ਲੱਗਿਆਂ ਇਸ ਅਵਸਥਾ ਨੂੰ ਪ੍ਰਾਪਤ ਕਰਨਾ। ਜਿਸ ਵੇਲੇ ਪੂਰਾ ਰਾਰਾ ਹੋਵੇ ਇਹਦਾ ਅਰਥ ਹੈ ਕਿ ਜਿਸ ਵੇਲੇ ਉਹਦੀ ਪੂਰਨ ਕਿਰਪਾ ਹੋ ਜੇ, ਚਰਨੀ ਲੱਗਦੇ। ਚਰਨ ਦਾ ਅਰਥ ਹੈ ਸ਼ਬਦ, ਹਿਰਦੇ ਚਰਨ ਸ਼ਬਦ ਸਤਿਗੁਰ ਕੋ ਨਾਨਕ ਬਾਂਧਿਓ ਪਾਲ। ਸੋ ਮਹਾਰਾਜ ਕਹਿੰਦੇ ਜਿਵੇਂ ਪੈਰ 'ਚ ਰਾਰਾ ਹੁੰਦਾ ਨਾ, ਦੇਖੋ ਆਨੰਦ ਸਾਹਿਬ ਦੀ 7ਵੀਂ ਪੌੜੀ ਦੀ ਅਵਸਥਾ ਨੂੰ ਦੇਖਿਓ। ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ। ਪੈਰ 'ਚ ਰਾਰਾ ਲਾ ਕੇ ਬੋਲ ਰਹੇ ਕਿਰਪਾ ਕਰੇ ਪਿਆਰਿਆ। ਫਿਰ ਅੱਗੇ ਪੂਰਾ ਰਾਰਾ ਬੋਲਾਂਗੇ ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ। ਕਹਿੰਦੇ ਜਿਸ ਵੇਲੇ ਪੂਰਨ ਕਿਰਪਾ ਹੁੰਦੀ ਹੈ ਕਹਿੰਦੇ ਕਿਲ ਵਿਖ ਕੱਟੇ ਜਾਂਦੇ ਨੇ, ਗਿਆਨ ਅੰਜਨ ਪੂਰਾ ਪ੍ਰਾਪਤ ਹੁੰਦਾ। ਸੋ ਮਹਾਰਾਜ ਇੱਥੇ ਜ਼ਿਕਰ ਕਰਦੇ ਨੇ, ਕਹਿੰਦੇ ਗੁਰ ਪ੍ਰਸਾਦੀ ਪੂਰਾ ਰਾਰਾ ਲਾ ਕੇ ਬੋਲ ਰਹੇ ਨੇ। ਕਹਿੰਦੇ ਜਿਸ ਵੇਲੇ ਉਹਦੀ ਪੂਰਨ ਕਿਰਪਾ ਹੁੰਦੀ ਹੈ ਕਹਿੰਦੇ ਫਿਰ ਨਾਮ ਧਿਆਉਣ ਲੱਗਦਾ ਬੰਦਾ, ਨਹੀਂ ਤਾਂ ਬੰਦਾ ਆਪਣਾ ਨਾਮ ਜ਼ਿਕਰ ਕਰਦਾ ਹੁੰਦਾ। ਆਖੋ ਸਤਨਾਮ ਕਿ ਮੈਂ ਕੀਤਾ, ਆਪਣਾ ਨਾਮ ਰੱਬ ਦਾ ਨਾਮ ਬਣ ਜਾਏ। ਜਦੋਂ ਲੋਕ ਆਪਾਂ ਨੂੰ ਬੁਲਾਉਣ ਤੇ ਆਪਾਂ ਨੂੰ ਲੱਗੇ ਮੈਨੂੰ ਨਹੀਂ ਬੁਲਾ ਰਿਹਾ ਮੇਰੇ ਮਾਲਕ, ਤੈਨੂੰ ਬੁਲਾ ਰਹੇ।
कबीरा तुही कबीर तू तेरो नाम कबीर। ऐसी अवस्था हर गुरसिख की बननी है। जे ਆਪਾਂ ਨੂੰ कोई सदे इस वास्ते सदते ने क्योंकि आप अच्छा काम करते हैं तो रब कराउंदा तां हुंदे ने, है ना। तो वह अर्थ है कि ये मैनू नहीं बुला रहे मेरे मालिक, तैनू बुला रहे हैं। जो अपनी प्रशंसा लोग करन ते लोगों को कहो कि मेरे भाई साहब जी ये मैं नहीं किया, रब ने कराया तां होया, नहीं तो मैं ना कर सकता। ध्यान रखो, जदों लोग अपनी सलाह ना करन तो उन्होंने दसो जे लोग सलाहे तो तेरी उपमा, ये मेरे मालिक तेरी उपमा मेरी उपमा नहीं है। ध्यान रख, अपनी उपमा के चक्कर च नहीं पैना है। सो सच्चे पातशाह कहते हैं भाई दोए कर जोड़ करो अरदास, तुद भावै तान रास। दोनों करां नूं जोड़ के यानी निर्गुण ते सरगुण नूं दोनों जीवन के करन ते कराउण वाले नूं जोड़ के कहते जिस वेले आपां अरदास करते हैं अरजोई करते हैं कहते फिर समझ आउंदी है मेरे मालिक तैनूं भाउंदा है तां जीवन का ये रास पूरी हुंदी है, नहीं तो नहीं हो सकती। ध्यान रख, कहते दोए कर जोड़ करो अरदास, तुद भावै तां आने रास। कहते ये शरीर के राही करन वाला रब आप है तो कराउण वाला रब आप है। देखो शरीर के आपां ने कुछ नहीं बनाया, सब रब बना रहा तो चला रहे, है ना। तो अपना मन ये जाने जे अंदर बना के चला रहा है तो बाहर क्यों नहीं करता। जो अपने अंदर है वही बाहर है, जो अंतर सो बाहर जानो। ध्यान, जो अपने विच है उसनूं दूसरे विच भी जान। सो सच्चे पातशाह कहते कर किरपा अपनी भगती लाए, जन नानक प्रभ सदा ध्याए। ऐसी भगती मेरे ते मालिक कृपा कर, पूरा रारा ला के कृपा शब्द वरत्या है कि मेरे मालिक ऐसी मैनू अपनी भगती दे नाल जोड़, मैं प्रभ नूं हमेशा ध्या सकां। परमेश्वर जो भौतिक तत्व विच वसदा है, मेरी रत्ती मात्र सुरत बाहर ना जाए, बाहर मूल ना खोजिए, घर माहे विदाता मेरे अंदर रब वसदा है। सो हर गुरसिख अपने घट बैठे रब दे विच केंद्रित होवे, रत्ती मात्र भी बाहर रब नूं भालण दी कोशिश ना करे, बाहर मूल ना खोजिए। महाराज कहते सब कुछ घर में बाहर नाही, बाहर टोलै सो भरम भुलाए। सो बाणी जी की विचार करते हैं अनेकों प्रकार दीयां गलतियां बेअदबियां त्रुटियां रह गई हैं जी, अनजान बच्चे समझ के माफ़ करना। संगत अते सतगुरु सच्चे पातशाह बख्शण योग हैं। आओ रागी ਸਿੰਘਾਂ पासों आपां इस शब्द नूं बड़े प्यार दे नाल सरवण करांगे। इस शब्द नूं जिहड़ा आपां विचार कीती है, इस शब्द नूं रागी ਸਿੰਘਾਂ ने विचारिया है कि आपां ਉਹੀ पढ़नगे जो आपां ने कथा कीती है। सो उन्हां दा बहुत बहुत धन्नवाद, वो बड़े गुणवान हैं। ध्यान रखना, सो गुरु महाराज जी के शब्द नूं बैठ के सुनना। कलयुग में कीर्तन प्रधाना, गुरमुख जपीए लाए ध्यान। कीर्तन बहुत बड़ी ऊंची अवस्था है। ध्यान रख, कथा भी ऊंची अवस्था है। महाराज कहते सब ते उत्तम हर की कथा, नाम सुनत दर्द दुख लथा। सो सच्चे पातशाह जी के इस कीर्तन नूं सरवण करियो। इस शब्द नूं बड़े प्यार नाल रागी सिंह जी आप जी के सामने महाराज का मालिक ने गवाउणा, रब नूं गाउंदे होए देखियो, रब गाउंदा हुंदा है। इन्ने शब्द प्रवान करियो। सब दा धन्नवाद। वाहिगुरू जी का खालसा, वाहिगुरू जी की फतेह।